ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਡਦਾਣਾ, ਕਰ ਮਿਹਰਮਤ ਸਾਈ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਰ ਤੁਧ ਧਿਆਏ। ਗਰਬ ਨ ਕੀਜੈ ਰੇਣ ਹੋਵੀਜੈ, ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਬਚਨਾਂ ਦੀ ਚੱਲਦੀ ਜੋ ਲੜੀਵਾਰ ਵਿਚਾਰ ਹੈ, ਉਸ ਅਧੀਨ ਅੱਜ ਦਾ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਰੂਹਾਨੀ ਬਚਨ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਸਾ ਰਾਗ ਵਿੱਚ ਉਚਾਰਨ ਕੀਤੇ ਨੇ, ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 402 ਉੱਪਰ ਇਹ ਅੰਮ੍ਰਿਤ ਬਾਣੀ ਸ਼ੋਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੱਲ੍ਹ ਦੇ ਸ਼ਬਦ ਵਾਂਗ ਅੱਜ ਫਿਰ ਆਪਣੇ ਮਨ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਇਹ ਮਨ ਜਿਹੜਾ ਸਰੀਰ ਦੇ ਰਸਾਂ ਵਿੱਚ ਖਿੱਚਿਆ ਰਹਿੰਦਾ ਹੈ, ਸੰਸਾਰ ਦੇ ਪਦਾਰਥਾਂ ਵੱਲ ਇਹਦੀ ਰੁਚੀ ਬਣੀ ਰਹਿੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਝ ਗੱਲਾਂ ਇਸ ਮਨ ਨੂੰ ਅੱਜ ਕਹੀਆਂ ਨੇ ਕਿ ਤੂੰ ਬੜਾ ਗਾਫਲ ਹੋ ਕੇ ਆਪਣੇ ਕੀਮਤੀ ਸਮੇਂ ਨੂੰ ਗਵਾ ਰਿਹਾ ਹੈ। ਜਿਸ ਥਾਂ ਤੇ ਅਖੀਰ ਨੂੰ ਤੇਰਾ ਨਿਵਾਸ ਹੋਣਾ ਹੈ, ਉਸ ਥਾਂ ਬਾਰੇ ਕਦੀ ਤੂੰ ਸੋਚਣ ਵਾਸਤੇ ਵੀ ਤਿਆਰ ਨਹੀਂ ਹੈ। ਔਰ ਜਿਹੜੀ ਦੁਨੀਆ ਬਾਰੇ ਤੂੰ ਜਾਣਦਾ ਹੀ ਨਹੀਂ ਕਿ ਇਹ ਕਿੰਨਾ ਕੁ ਸਮਾਂ ਤੇਰੇ ਕੋਲ ਹੈ, ਕਿੰਨਾ ਕੁ ਵਕਤ ਇਸ ਸਰੀਰ ਵਿੱਚ, ਇਸ ਘਰ ਵਿੱਚ, ਇਸ ਸੰਸਾਰ ਵਿੱਚ ਤੂੰ ਰਹੇਗਾ, ਇਹਦੇ ਬਾਰੇ ਤੇਰੇ ਕੋਲ ਕੋਈ ਖਬਰ ਨਹੀਂ। ਪਰ ਇਸ ਸੰਸਾਰ ਨੂੰ ਤੂੰ ਇੰਨਾ ਦ੍ਰਿੜ ਕਰਕੇ ਮੰਨ ਲਿਆ ਹੈ, ਮਿਥ ਲਿਆ ਹੈ ਕਿ ਜਿਵੇਂ ਪਰਤ ਕੇ ਇਸ ਸੰਸਾਰ ਨੂੰ ਕਦੀ ਛੱਡਣਾ ਹੀ ਨਹੀਂ ਹੈ। ਉਸ ਅਧੀਨ ਤੂੰ 5 ਪ੍ਰਕਾਰ ਦੇ ਵਿਕਾਰਾਂ ਵਿੱਚ ਦਿਨ ਰਾਤ ਲਿਪਤ ਰਹਿੰਦਾ ਹੈ, ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ। ਔਰ ਇਹਨਾਂ ਵਿਕਾਰਾਂ ਦੇ ਪ੍ਰਭਾਵ ਕਰਕੇ ਤੇਰੀਆਂ ਅੱਖਾਂ ਜਿਹੜੀਆਂ ਨੇ ਬੰਦ ਹੋ ਚੁੱਕੀਆਂ ਨੇ।
ਸਚਾਈ ਦਿਸਣੀ ਤੈਨੂੰ ਖਤਮ ਹੋ ਗਈ ਹੈ, ਬੰਦ ਹੋ ਗਈ ਹੈ। ਸਤਿਗੁਰਾਂ ਨੇ ਪਹਿਲੇ 4 ਅੰਕਾਂ ਵਿੱਚ ਇਹ ਵਿਆਖਿਆ ਕੀਤੀ ਹੈ। ਅਖੀਰ ਤੇ ਇੱਕ ਦੂਸਰਾ ਰਹਾਉ ਕਿਹਾ, ਜਿਹਦੇ ਅੰਦਰ ਸਾਹਿਬਾਂ ਨੇ ਫਿਰ ਇਹ ਇਲਾਜ ਦੱਸਿਆ ਕਿ ਕਰਨਾ ਕੀ ਚਾਹੀਦਾ ਹੈ, ਕਿਉਂਕਿ ਦੇਹੀ ਤਾਂ ਝੂਠੀ ਹੈ, ਸਰੀਰ ਤਾਂ ਕੱਚਾ ਹੈ, ਮਿੱਟੀ ਦਾ ਬਣਿਆ ਹੈ, ਤਾਂ ਬਿਣਸ ਜਾਣ ਵਾਲਾ ਹੈ। 4 ਅੰਕਾਂ ਵਿੱਚ ਸਰੀਰ ਦੀ ਨਾਸ਼ਮਾਨਤਾ ਤੇ ਉਦਾਸੀ ਦੀ ਝਲਕ ਮਿਲਦੀ ਹੈ, ਪਰ ਗੁਰਮਤਿ ਵਿੱਚ ਕਿਤੇ ਵੀ ਕੇਵਲ ਉਦਾਸੀ ਨਹੀਂ, ਮਿਥਿਆ ਨੂੰ, ਝੂਠੇ ਨੂੰ ਝੂਠਾ ਕਹਿ ਕੇ ਉਹਦੇ ਵਿੱਚੋਂ ਸੱਚ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਸਵਾਲ ਉੱਠਿਆ, ਮਹਾਰਾਜ ਜੇ ਇਹ ਸੰਸਾਰ, ਜੇ ਇਹ ਸਰੀਰ ਕੇਵਲ ਅਖੀਰ ਨੂੰ ਸੋਗ ਹੀ ਪੈਦਾ ਕਰਦਾ ਸੀ, ਫਿਰ ਪ੍ਰਮਾਤਮਾ ਨੇ ਇਹ ਸੰਸਾਰ ਬਣਾਇਆ ਹੀ ਕਿਉਂ ਹੈ? ਤਾਂ ਜਵਾਬ ਵਿੱਚ ਸਾਹਿਬ ਨੇ ਇਹਦਾ ਉੱਤਰ ਦਿੱਤਾ, ਕਹਿਣ ਲੱਗੇ ਜਿਨ੍ਹਾਂ ਨੇ ਜਾਂ ਉਹਨਾਂ ਨੇ ਮੈਂ ਸ਼ਬਦ ਵਰਤਿਆ, ਮੈਂ ਆਪਣੇ ਗੁਰੂ ਦੀ ਓਟ ਲੈ ਕੇ ਨਾਮ ਨਾਲ ਜੁੜ ਕੇ ਇਸ ਸਰੀਰ ਨੂੰ ਸਫਲ ਕਰ ਲਿਆ ਹੈ, ਜਿਹੜਾ ਮਿੱਟੀ ਦਾ ਹੈ, ਕੱਚਾ ਹੈ, ਬਿਣਸ ਜਾਣ ਵਾਲਾ ਹੈ। ਗੁਰਬਾਣੀ ਅੰਦਰ ਸਰੀਰ ਦੀ ਵਿਆਖਿਆ ਕਿਵੇਂ ਕੀਤੀ ਗਈ ਹੈ, ਦੇਹੀ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਇਸ ਸੰਬੰਧ ਦੇ ਵਿੱਚ ਆਪਾਂ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰਾਂਗੇ। ਆਓ ਗੁਰੂ ਕੇ ਸਵਾਰਿਓ ਯਤਨ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਾਡੀ ਝੋਲੀ ਵਿੱਚ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਟਿਕੇ, ਇਕਾਗਰ ਹੋ ਕੇ ਗੁਰੂ ਚਰਨਾਂ ਨਾਲ ਜੁੜ ਸਕੀਏ। ਸਤਿਗੁਰੂ ਕਹਿਣ ਔਰ ਸੁਣਨ ਦੀ ਸ਼ਕਤੀ ਪ੍ਰਦਾਨ ਕਰਨ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਸਾਧ ਸੰਗਤ ਕਰੋ ਕਿਰਪਾਲਤਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਬਾਣੀ ਵਿੱਚ ਇਸ ਸਰੀਰ ਬਾਰੇ, ਦੇਹ ਬਾਰੇ ਸਤਿਗੁਰਾਂ ਨੇ ਬਹੁਤ ਖੋਲ ਕੇ ਲਿਖਿਆ ਹੈ। ਇਸ ਦੇਹੀ ਦੇ ਅਰਥ ਕੀ ਨੇ? ਇਸ ਧਰਤੀ ਤੇ ਜਨਮ ਲਿਆ ਦੇਹੀ ਕਰਕੇ। ਸਰੀਰ ਤੋਂ ਬਿਨਾਂ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ, ਪਰ ਅੱਜ ਦੇ ਸ਼ਬਦਾਂ ਵਿੱਚ ਸਤਿਗੁਰਾਂ ਨੇ ਕਿਹਾ ਮਿੱਟੀ ਦਾ ਹੈ, ਬਿਲਕੁਲ ਕੱਚਾ ਹੈ। ਇਹਦਾ ਕੋਈ ਸਮਾਂ ਹੀ ਨਹੀਂ ਹੈ ਕਿ ਕਿੰਨਾ ਚਿਰ ਇਹਦੇ ਵਿੱਚ ਸਵਾਸ ਚੱਲਣੇ ਨੇ, ਕਿੰਨਾ ਚਿਰ ਇਹਨਾਂ ਅੱਖਾਂ ਦੇ ਵਿੱਚੋਂ ਜੋਤ ਚੱਲਦੀ ਰਹੇਗੀ, ਵੇਖਦੀਆਂ ਰਹਿਣਗੀ। ਇਹਦਾ ਕੋਈ ਸਮਾਂ ਨਹੀਂ ਕਿ ਜ਼ੁਬਾਨ ਕਿੰਨਾ ਚਿਰ ਬੋਲੇਗੀ, ਹੱਥ ਕਿੰਨਾ ਚਿਰ ਕੰਮ ਕਰਨਗੇ, ਪੈਰ ਕਿਤਨਾ ਕੁ ਸਮਾਂ ਤੁਰਨਗੇ। ਇਹਦੇ ਬਾਰੇ ਕਿਸੇ ਮਨੁੱਖ ਕੋਲ ਇਸ ਧਰਤੀ ਦੇ ਕੁਝ ਕੁ ਲੋਕਾਂ ਨੂੰ ਛੱਡ ਕੇ ਬਾਕੀ ਦੇ ਕਿਸੇ ਨੂੰ ਪਤਾ ਨਹੀਂ ਹੈ। ਇਹ ਦੇਹੀ ਕੱਚੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇੱਕ ਉਦਾਹਰਨ ਦਿੱਤੀ ਹੈ ਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੈ, ਕੋਈ ਇਸ ਤਰ੍ਹਾਂ ਦਾ ਜੀਵਨ ਹੈ ਜਿਹਨੂੰ ਮੌਤ ਨਹੀਂ ਖਾਂਦੀ। ਇਸ ਦੇਹੀ ਦੇ ਵਿੱਚ, ਕਿਉਂਕਿ ਵਾਰ-ਵਾਰ ਕਿਹਾ ਗਿਆ, ਫਰੀਦ ਜੀ ਨੇ ਕਿਹਾ ਤੈਨੂੰ ਕਬਰ ਸੱਦ ਰਹੀ ਹੈ, ਕਬਰ ਤੈਨੂੰ ਆਵਾਜ਼ਾਂ ਮਾਰ ਰਹੀ ਹੈ, ਕਿਉਂਕਿ ਉਹ ਤੇਰਾ ਅਸਲੀ ਘਰ ਹੈ। ਤਾਂ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਸ ਸੰਸਾਰ ਵਿੱਚ ਸੋਗ ਤੋਂ ਬਿਨਾਂ ਕੁਝ ਨਹੀਂ ਹੈ। ਜਿਵੇਂ ਬੁੱਧ ਨੇ ਕਿਹਾ ਸੰਸਾਰ ਦੁੱਖੋਂ ਕਾ ਘਰ ਹੈ, ਸਾਰਾ ਸੰਸਾਰ ਸੋਗ ਹੈ। ਕਿ ਇਸ ਸੰਸਾਰ ਦੇ ਬਗੀਚੇ ਅੰਦਰ ਸਾਰੇ ਫੁੱਲ ਮੁਰਝਾਏ ਹੋਏ ਨੇ, ਕੇਵਲ ਉਦਾਸੀ ਹੈ। ਇੱਥੇ ਕੋਈ ਖੁਸ਼ੀ ਦੇ ਗੀਤ ਵੀ ਗਾ ਸਕਦਾ, ਜਾਂ ਸਾਰੇ ਇਸ ਧਰਤੀ ਤੋਂ ਰੋਂਦੇ ਵਿਦਾ ਹੁੰਦੇ ਨੇ। ਇਸ ਧਰਤੀ ਤੋਂ ਸਾਰੇ ਲੋਕ ਕੀ ਕੁਰਲਾਉਂਦੇ ਹੀ ਵਾਪਸ ਚਲੇ ਜਾਣਗੇ। ਫਿਰ ਇਹ ਸੰਸਾਰ ਉਸ ਅਕਾਲ ਪੁਰਖ ਨੇ ਕਿਉਂ ਬਣਾਇਆ ਜੇ ਸੋਗ ਹੀ ਪੈਦਾ ਹੋਣਾ ਸੀ? ਇਹ ਸਵਾਲ ਹਨ ਮਨੁੱਖ ਦੇ ਜਿਨ ਦੇ ਅੰਦਰ।